ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੀਟੀ ਓਵਰਵਿਊ ਬਾਰੇ। ਸੋ ਅੱਜ ਸਾਡੇ ਨਾਲ ਨੇ ਪਵਨੀਤ ਮੈਮ, ਪੀਟੀ ਐਕਸਪਰਟ, ਬੈਟਰ ਚੋਇਸ ਮਾਈਗ੍ਰੇਸ਼ਨ ਤੋਂ। ਕਿ ਪੀਟੀ ਹੁੰਦੀ ਕੀ ਹੈ? ਪੀਟੀ ਇੱਕ ਤੇ ਆਇਲਸ ਨਾਲੋਂ ਕਿੰਨਾ ਡਿਫਰੈਂਟ ਹੈ ਇਹ ਪੀਟੀ? ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇਹ ਪੀਟੀ ਦਾ ਖੁਦ ਇੱਕ ਲੋਗੋ ਕਹਿੰਦਾ ਪੀਟੀ ਕਰ ਬੇਫਿਕਰ। ਪੀਟੀ ਦੇ ਵਿੱਚ ਤੁਹਾਡੀ ਸੈਲਫ ਨੌਲੇਜ, ਕੋਲੋਕੇਸ਼ਨਸ, ਤੁਹਾਡੀ ਕੰਜੰਕਸ਼ਨਸ, ਤੁਹਾਡੀ ਗ੍ਰਾਮਰ ਚੈੱਕ ਹੁੰਦੀ ਹੈ ਐਂਡ ਦੈਟ ਇਜ਼ ਦ ਬੈਸਟ ਪਾਰਟ, ਕਿਉਂਕਿ ਗ੍ਰਾਮਰ ਤਾਂ ਆਪਾਂ ਬੱਚਿਆਂ ਨੂੰ ਡੇ 1 ਤੋਂ ਇੰਗਲਿਸ਼ ਦੇ ਸਟਾਰਟਿੰਗ ਪੜ੍ਹਾਉਂਦੇ। ਓਕੇ, ਤੇ ਇਹਦੇ ਸਕੋਰਿੰਗ ਦਾ ਮੈਮ ਕੀ ਫਾਰਮੈਟ ਹੈ? ਸਕੋਰਿੰਗ ਕਿਸ ਹਿਸਾਬ ਨਾਲ ਹੁੰਦੀ ਹੈ? ਆਇਲਸ ਵਾਂਗ ਹੀ ਹੁੰਦੀ ਹੈ? ਬਿਲਕੁਲ, ਪੀਟੀ ਦੀ ਸਕੋਰਿੰਗ ਆਲਦੋ ਬਹੁਤ ਵਹਿਮ ਹੈਗਾ ਬੱਚਿਆਂ ਦੇ ਵਿੱਚ ਕਿ ਟੈਂਪਲੇਟਸ ਯੂਜ਼ ਕਰਨ ਨਾਲ ਨੰਬਰ ਆ ਜਾਣਗੇ। ਸੋ ਮੈਮ ਨੈਕਸਟ ਸਟੂਡੈਂਟ ਲਿਖਣ 'ਚ ਵੀ ਬਹੁਤ ਡਰਦੇ ਆ, ਰਾਈਟਿੰਗ 'ਚ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ। ਰਾਈਟਿੰਗ ਮੋਡਿਊਲ ਬਾਰੇ ਦੱਸੋ ਕਿ ਕੀ ਐਗਜ਼ੈਕਟ? ਰਾਈਟਿੰਗ ਦੇ ਵਿੱਚ ਬੇਸਿਕਲੀ ਕਈ ਵਾਰ ਮੈਂ ਬੱਚੇ ਇਦਾਂ ਦੇ ਦੇਖੇ ਡੈਮੋਸ ਦੇਣ ਆਉਂਦੇ ਨੇ, ਕਹਿੰਦੇ ਨੇ ਮੈਮ ਅਸਾਂ ਲਾਸਟ ਕੁਐਸਚਨ ਹੀ ਛੱਡ ਆਏ ਸੀ, ਤੁਹਾਨੂੰ ਪਤਾ ਹੈ, ਐਂਡ ਜੋ ਕਿ ਇੰਨਾ ਇੰਪੋਰਟੈਂਟ ਕੁਐਸਚਨ ਹੈ। ਪ੍ਰੋ ਟਿਪ ਕੀ ਹੈ ਪੀਟੀ ਦਾ? ਪੀਟੀ ਦਾ ਪ੍ਰੋ ਟਿਪ ਮੈਂ ਕਹਾਂਗੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੇ ਤੁਸੀਂ ਸਟੱਡੀ ਅਬਰੋਡ ਜਾਂ ਪੀਆਰ ਲਈ ਪਲਾਨ ਕਰ ਰਹੇ ਹੋ ਤਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਤਾਂ ਹਰ ਕਿਤੇ ਮੈਂਡੇਟਰੀ ਹੁੰਦਾ ਹੀ ਹੈ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੀਟੀ ਓਵਰਵਿਊ ਬਾਰੇ। ਸੋ ਅੱਜ ਸਾਡੇ ਨਾਲ ਨੇ ਪਵਨੀਤ ਮੈਮ, ਪੀਟੀ ਐਕਸਪਰਟ, ਬੈਟਰ ਚੋਇਸ ਮਾਈਗ੍ਰੇਸ਼ਨ ਤੋਂ, ਜੋ ਸਾਨੂੰ ਪੀਟੀ ਬਾਰੇ ਸਾਰਾ ਓਵਰਵਿਊ ਦੇਣਗੇ ਡਿਟੇਲ ਵਿੱਚ। ਸੋ ਮੈਮ, ਸਭ ਤੋਂ ਪਹਿਲਾ ਕੁਐਸਚਨ ਦੱਸੋ ਕਿ ਪੀਟੀ ਹੁੰਦੀ ਕੀ ਹੈ? ਪੀਟੀ ਇੱਕ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੈ ਜਿਹਦੀ ਫੁੱਲ ਫਾਰਮ ਹੈ ਪੀਅਰਸਨ ਟੈਸਟ ਆਫ ਇੰਗਲਿਸ਼। ਇਹ ਟੈਸਟ ਦੇ ਵਿੱਚ ਬੇਸਿਕਲੀ ਕੰਪਿਊਟਰਾਈਜ਼ਡ ਟੈਸਟ ਹੈ। ਇਹ ਬਾਕੀ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਨਾਲੋਂ ਬਹੁਤ ਹੀ ਡਿਫਰੈਂਟ ਹੈ, ਕਿਉਂਕਿ ਪਹਿਲੀ ਗੱਲ ਇਹ ਟੈਸਟ ਇੱਕ ਇੰਟੀਗ੍ਰੇਟਡ ਟੈਸਟ ਹੈ, ਵਿਚ ਬੇਸਿਕਲੀ ਮੀਨਸ ਜਦੋਂ ਆਪਾਂ ਕਿਸੇ ਬੱਚੇ ਦਾ ਲੈਵਲ ਚੈੱਕ ਕਰਦੇ ਪਏ ਹਾਂ, ਉਹ ਲੈਵਲ ਚੈੱਕ ਆਪਾਂ ਰੀਡਿੰਗ ਦੇ ਬੇਸਿਸ ਤੇ ਕਰਦੇ ਹਾਂ ਤਾਂ ਰੀਡਿੰਗਸ ਨੂੰ ਹੀ ਸਕੋਰ ਜਾਂਦੇ ਆ। ਬਟ ਪੀਟੀ ਦੇ ਵਿੱਚ ਰੀਡਿੰਗ ਐਂਡ ਰਾਈਟਿੰਗ ਇੱਕ ਕੋਆਰਡੀਨੇਟਡ ਸਕੋਰ ਹੈ, ਪਲੱਸ ਜੇ ਸਪੀਕਿੰਗ ਦਾ ਟੈਸਟ ਦੇ ਰਹੇ ਹਾਂ ਉਹਦੇ ਸਕੋਰਸ ਆਪਣੇ ਲਿਸਨਿੰਗ ਨੂੰ ਵੀ ਜਾਣਗੇ। ਤਾਂ ਓਵਰਆਲ ਮੈਂ ਕਹਿ ਸਕਦੀ ਹਾਂ ਇਹ ਟੈਸਟ ਬਹੁਤ ਈਜ਼ੀ ਹੈ ਤੇ ਬੱਚਿਆਂ ਨੂੰ ਬਹੁਤ ਈਜ਼ੀਲੀ ਕਵਰ ਅਪ ਕਰਨ ਵਾਲਾ ਵੀ ਹੈ। ਓਕੇ, ਤੇ ਆਇਲਸ ਨਾਲੋਂ ਕਿੰਨਾ ਡਿਫਰੈਂਟ ਹੈ ਇਹ ਪੀਟੀ? ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇਹ ਇੰਟੀਗ੍ਰੇਟਡ ਟੈਸਟ ਹੈ। ਆਇਲਸ ਆਪਾਂ ਇੱਕ ਸਕਿੱਲ ਨੂੰ ਫੋਕਸ ਕਰਾਂਗੇ ਐਂਡ ਪੀਟੀ ਆਪਾਂ ਮਲਟੀਪਲ ਸਕਿੱਲ ਇੱਕੋ ਟਾਈਮ ਤੇ ਇੰਟੀਗ੍ਰੇਟਡ ਟੈਸਟ, ਪਲੱਸ ਹੋਰ ਇੱਕ ਸਭ ਤੋਂ ਵਧੀਆ ਫਾਇਦਾ, ਪੀਟੀ ਦਾ ਪੇਪਰ ਕੰਪਿਊਟਰਾਈਜ਼ਡ ਹੈ, ਜੋ ਕਿ ਪੀਟੀ ਦਾ ਖੁਦ ਇੱਕ ਲੋਗੋ ਕਹਿੰਦਾ ਪੀਟੀ ਕਰ ਬੇਫਿਕਰ, ਵਿਚ ਬੇਸਿਕਲੀ ਮੀਨਸ ਬੱਚੇ ਡਰਦੇ ਨਹੀਂ ਬੋਲਣ ਲੱਗੇ। ਕੰਪਿਊਟਰ ਤੁਹਾਡੇ ਸਾਹਮਣੇ ਬੈਠਾ, ਤੁਸੀਂ ਕੰਪਿਊਟਰ ਨਾਲ ਗੱਲਾਂ ਕਰ ਰਹੇ ਹੋ, ਇਹਦੇ 'ਚ ਤੁਹਾਨੂੰ ਡਰ ਵੀ ਨਹੀਂ। ਔਰ ਆਇਲਸ ਦੇ ਪੇਪਰ 'ਚ ਜਦੋਂ ਆਪਾਂ ਦੇਖਦੇ ਹਾਂ, ਹਿਊਮਨ ਦੇ ਅੱਗੇ ਬੱਚਿਆਂ ਨੂੰ ਥੋੜਾ ਗੱਲ ਕਰਨ ਦੇ ਵਿੱਚ ਬੜੀ ਡਿਫਿਕਲਟੀ ਆਉਂਦੀ ਹੈ, ਹੈਜ਼ਿਟੇਸ਼ਨ ਕਰਦੇ ਨੇ ਨਾ ਬੱਚੇ, ਤੇ ਪੰਜਾਬੀ ਸਟੂਡੈਂਟਸ ਤਾਂ ਵੈਸੇ ਹੀ ਬਹੁਤ ਡਰਦੇ ਇੰਗਲਿਸ਼ ਬੋਲਣ ਦੇ ਵਿੱਚ। ਤਾਂ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਪੀਟੀ ਇੱਕ ਕੰਫਰਟੇਬਲ ਚੋਇਸ ਹੈ। ਕੰਪਿਊਟਰ ਦੇ ਅੱਗੇ ਜਾਓ, ਆਪਣੀ ਇੰਗਲਿਸ਼ ਸਪੀਕਿੰਗ, ਰੀਡਿੰਗ, ਲਿਸਨਿੰਗ ਲੈਵਲ ਚੈੱਕ ਕਰੋ। ਸੋ ਮੈਮ, ਇਸ ਤੋਂ ਬਾਅਦ ਥੋੜੇ ਪੀਟੀ ਦੇ ਫਾਰਮੈਟ ਦੀ ਗੱਲ ਕਰ ਲੈਂਦੇ ਹਾਂ। ਫਾਰਮੈਟ ਬਾਰੇ ਦੱਸੋ ਸਟੂਡੈਂਟਸ ਨੂੰ। ਓਕੇ, ਪੀਟੀ ਪਹਿਲਾਂ ਤਾਂ ਆਇਲਸ ਨਾਲੋਂ ਇੱਕ ਲੈਸਰ ਟਾਈਮ ਕੰਜ਼ਿਊਮਿੰਗ ਟੈਸਟ ਹੈ। ਫਰਸਟਲੀ ਜਿੱਦਾਂ ਆਇਲਸ ਹੈਗਾ 4 ਆਵਰਸ ਦਾ ਟੈਸਟ, ਪੀਟੀ ਓਨਲੀ 2 ਆਵਰਸ ਦਾ ਟੈਸਟ ਹੈ, ਜਿਹਦੇ ਵਿੱਚ ਤੁਹਾਡੀਆਂ 4 ਸਕਿੱਲਸ ਵਿਚ ਇਜ਼ ਬੇਸਿਕਲੀ ਸਪੀਕਿੰਗ, then writing, then reading and then listening check ਹੁੰਦੀ ਹੈ। ਸਪੀਕਿੰਗ ਦੇ ਟੈਸਟ ਦੇ ਵਿੱਚ there are total 7 questions। ਸਟਾਰਟ ਹੁੰਦਾ read aloud ਤੋਂ, ਜੋ ਕਿ ਬਹੁਤ ਈਜ਼ੀਅਰ ਹੈ for a normal student of Punjab as well cover up ਕਰਨ ਲਈ। ਫਿਰ repeat sentences ਆਉਂਦੇ ਨੇ questions, and then we have describe image, then we have retell lecture, ਉਸ ਤੋਂ ਬਾਅਦ answer short questions ਹੁੰਦੇ ਨੇ। ਹੁਣ ਲੇਟੈਸਟ 2 ਨਵੇਂ questions ਐਡ ਕੀਤੇ ਨੇ, ਜਦਕਿ ਉਹ ਸਟੂਡੈਂਟਸ ਦੇ ਮਨ 'ਚ ਅੱਜਕੱਲ ਬਹੁਤ ਡਰ ਹੈ ਕਿ ਉਹ ਬਹੁਤ ਡਿਫਿਕਲਟ ਕੁਐਸਚਨ ਹੈ, ਬਟ ਜਦੋਂ ਤੁਸੀਂ ਬੈਟਰ ਚੋਇਸ ਮਾਈਗ੍ਰੇਸ਼ਨ 'ਚ ਆ ਕੇ ਦੇਖੋਗੇ ਉਹ ਟੈਸਟ ਨੂੰ ਅਸੀਂ ਇੰਨੇ ਈਜ਼ੀਅਰ ਵਰਜ਼ਨ ਦੇ ਨਾਲ ਕਰ ਦਿੱਤਾ, ਉਹ ਕੁਐਸਚਨ ਸਿੰਪਲੀਫਾਈਡ, ਐਂਡ ਉਹਨਾਂ ਦਾ ਨਾਮ ਹੈ ਸਮਰਾਈਜ਼ ਗਰੁੱਪ ਡਿਸਕਸ਼ਨ ਐਂਡ ਰਿਸਪੌਂਡ ਟੂ ਸਿਚੁਏਸ਼ਨ, ਜੋ ਕਿ ਐਕਚੁਅਲ 'ਚ ਡੇਲੀ ਬੇਸਿਸ ਤੇ ਯੂਜ਼ੇਜ ਦੇ ਟੈਸਟ ਹੈ। ਇਹ ਹੋ ਗਿਆ ਸਪੀਕਿੰਗ ਦਾ ਪਾਰਟ, ਬਟ ਸਪੀਕਿੰਗ ਦੇ ਵਿੱਚ ਅਸੀਂ ਲਿਮਿਟਡ 7 ਕੁਐਸਚਨਸ ਨਹੀਂ ਕਵਾਂਗੇ, ਕਿਉਂਕਿ ਇਹ 7 ਕੁਐਸਚਨ ਦੇ ਅੰਡਰ ਵੀ ਦੇ ਆਰ ਮਲਟੀਪਲ ਟਾਈਪਸ। ਬੇਸਿਕਲੀ ਇਹ ਕੁਐਸਚਨਸ ਨੂੰ ਆਪਾਂ ਬਹੁਤ ਵਾਰ ਅਟੈਂਪਟ ਕਰਨਾ ਹੈ। ਰਾਈਟਿੰਗ ਦੇ ਵਿੱਚ ਲਾਈਕ ਆਪਾਂ ਦੱਸਿਆ ਹੈ ਕਿ ਇੰਟੀਗ੍ਰੇਟਡ ਹੈ, ਰਾਈਟਿੰਗ ਦੇ ਅੰਡਰ ਆਉਂਦੇ 2 ਕੁਐਸਚਨਸ ਨੇ, ਬਟ ਰਾਈਟਿੰਗ ਨੂੰ ਸਕੋਰ ਕਰਨ ਵਾਲੇ 4 ਕੁਐਸਚਨਸ ਇਨ ਟੋਟਲ ਨੇ। ਫਸਟ ਰਾਈਟਿੰਗ ਦੇ ਇਟਸੈਲਫ ਸਮਰਾਈਜ਼ ਰਿਟਨ ਟੈਕਸਟ ਹੁੰਦਾ, then we have essays। ਜੇ ਮੈਂ ਕੰਸੀਡਰ ਕਰਾਂ, ਹੁਣ ਜਿਵੇਂ ਤੁਸੀਂ ਕਿਹਾ ਸੀ ਆਇਲਸ ਦੇ ਨਾਲ ਕਿਵੇਂ ਕੋਰਿਲੇਟ ਕਰ ਸਕਦੇ ਹਾਂ, ਆਇਲਸ ਵਿੱਚ ਵੀ ਐਸੇਜ਼ ਹੁੰਦੇ ਨੇ, ਪੀਟੀ ਵਿੱਚ ਵੀ ਐਸੇਜ਼ ਨੇ, ਬਟ ਪੀਟੀ ਦੇ ਐਸੇਜ਼ ਜੋ ਕਿ ਬੱਚੇ ਦੇਖਦੇ ਨੇ ਕਿ ਆਪਾਂ ਆਈਡੀਆਜ਼ ਅੱਛੇ ਫਰੇਮ ਆਊਟ ਕਰੀਏ, ਬੱਚੇ ਇਹ ਨਹੀਂ ਦੇਖਦੇ ਕਿ ਆਈਡੀਆਜ਼ ਦੇ ਨਾਲ ਨਾਲ ਆਪਾਂ ਗ੍ਰਾਮਰ ਨੂੰ ਵੀ ਚੈੱਕ ਕਰੀਏ। ਨਾਓ ਲੈਟਸ ਕਮ ਟੂ ਦ ਥਰਡ ਕੁਐਸਚਨ ਆਫ ਰਾਈਟਿੰਗ। ਰਾਈਟਿੰਗ ਦੇ ਵਿੱਚ ਵੀ ਆਰ ਹੈਵਿੰਗ ਸਮਰਾਈਜ਼ ਸਪੋਕਨ ਟੈਕਸਟ, ਜੋ ਕਿ ਲਿਸਨਿੰਗ ਦਾ ਪਾਰਟ ਹੈ, ਅਗੇਨ ਰਾਈਟਿੰਗ ਨੂੰ ਸਕੋਰ ਦੇ ਰਿਹਾ, ਐਂਡ ਇੱਕ ਰਾਈਟ ਫਰਮ ਡਿਕਟੇਸ਼ਨ, ਇੱਕ
ਕੰਟਰੀਬਿਊਸ਼ਨਸ ਨੇ। ਦਿਸ ਕਨਕਲੂਡਸ ਵਿਦ ਸਪੀਕਿੰਗ ਐਂਡ ਰਾਈਟਿੰਗ, ਜੋ ਕਿ ਇੱਕ ਇਕੱਠਾ ਪਾਰਟ ਹੈ। ਰੀਡਿੰਗ ਦੇ ਵਿੱਚ ਵੀ have other questions, although there are 5 questions but important 3 questions ਹੀ ਨੇ, ਜੋ ਕਿ IELTS ਨਾਲੋਂ ਅਗੇਨ ਡਿਫਰੈਂਟ, ਕਿਉਂਕਿ IELTS ਹੈ ਪੈਸੇजेस ਪੜ੍ਹ ਕੇ ਤੁਸੀਂ ਅਟੈਂਪਟ ਕਰਨਾ। PT ਦੇ ਵਿੱਚ ਤੁਹਾਡੀ ਸੈਲਫ ਨੌਲੇਜ, ਕੋਲੋਕੇਸ਼ਨਸ, ਤੁਹਾਡੀ ਕੰਜੰਕਸ਼ਨਸ, ਤੁਹਾਡੀ ਗ੍ਰਾਮਰ ਚੈੱਕ ਹੁੰਦੀ ਹੈ, ਐਂਡ that is the best part, ਕਿਉਂਕਿ ਗ੍ਰਾਮਰ ਤਾਂ ਆਪਾਂ ਬੱਚਿਆਂ ਨੂੰ day 1 ਤੋਂ ਇੰਗਲਿਸ਼ ਦੇ ਸਟਾਰਟਿੰਗ ਪੜ੍ਹਾਉਂਦੇ ਹਾਂ। ਐਂਡ ਲਾਸਟ ਆ ਗਿਆ ਲਿਸਨਿੰਗ ਇਟਸੈਲਫ ਅਗੇਨ ਇੰਟੀਗ੍ਰੇਟਡ, ਸਾਰੇ ਆਲਮੋਸਟ ਨੰਬਰ ਸਪੀਕਿੰਗ ਚ ਲੈ ਰਿਹਾ। there are multiple questions, although summarized spoken text ਹੈ, we have even multiple choice multiple answers, we even have fill in the blanks, basic ਅੱਜਕੱਲ ਦੇ ਟੈਕਸਟ ਵੀ ਬੱਚੇ ਲਈ I would say the Gen Z student ਜਿਨ੍ਹਾਂ ਨੂੰ ਸਪੈਲਿੰਗਸ ਤਾਂ ਆਉਂਦੇ ਨਹੀਂ ਮੇਜਰਲੀ, ਕਿਉਂਕਿ ਸਪੈਲਿੰਗਸ ਕਰਕੇ ਬਿਲਕੁਲ ਅੱਜਕੱਲ ਫੋਨ ਹੈਗੇ ਨਾ ਬੱਚਿਆਂ ਕੋਲ ਸਾਰੇ ਚੈਟ ਕਰਨ ਲਈ ਆਟੋ ਕਰੈਕਸ਼ਨ, ਉਹਦੇ ਕਰਕੇ ਪੀਟੀ ਨੇ ਇੱਕ ਕੁਐਸਚਨ ਬਣਾਇਆ ਫਿਲ ਇਨ ਦ ਬਲੈਂਕਸ ਐਂਡ ਰਾਈਟ ਫਰਮ ਡਿਕਟੇਸ਼ਨ, ਅਗੇਨ ਸਪੈਲਿੰਗਸ ਚੈੱਕ ਕਰਨ ਲਈ, ਉਹ ਅਸੀਂ ਮਾਸਟਰ ਆਪਣੇ ਆਪ ਹੀ ਕਰਵਾ ਦਾਂਗੇ। ओके जी। सो मैम स्टूडेंट्स का ना आजकल ये बड़ा क्वेश्चन है कि पीटी इजी क्यों है, मतलब पीटी किवें इजी है आइल्स नालों? ਓਕੇ, ਪਹਿਲਾਂ ਤਾਂ ਜਿੱਦਾਂ ਮੈਂ ਕਿਹਾ ਪੀਟੀ ਖੁਦ ਆਪਣੇ ਆਪ ਕਹਿੰਦੀ ਹੈ ਪੀਟੀ ਕਰ ਬੇਫਿਕਰ, ਇਹ ਤਾਂ ਉਹਨਾਂ ਦਾ ਲੋਗੋ ਇਟਸੈਲਫ। ਪੀਟੀ ਇਸ ਲਈ ਈਜ਼ੀਅਰ ਹੈ, ਜੇ ਮੈਂ ਆਇਲਸ ਕਹਾਂ ਬੱਚੇ ਇਹ ਜ਼ਰੂਰ ਸੋਚਦੇ ਨੇ ਕਿ ਆਇਲਸ ਦੇ ਵਿੱਚ ਰੀਡਿੰਗ ਪੈਸੇजेस ਹੈ ਜੋ ਤੁਸੀਂ ਕੀਤੇ ਨੇ, ਬਟ ਪੀਟੀ ਬੇਸਿਕਲੀ ਨਾ ਇੱਕ ਇੱਦਾਂ ਦਾ ਟੈਸਟ ਹੈ ਜਿਵੇਂ ਜਿੱਦਾਂ ਰਿਸਪੌਂਡ ਟੂ ਸਿਚੁਏਸ਼ਨ, ਆਪਾਂ ਡੇਲੀ ਬੇਸਿਸ ਤੇ ਲੋਕਾਂ ਨਾਲ ਗੱਲਾਂ ਕਰਦੇ ਹਾਂ, ਰਿਸਪੌਂਡ ਕਰਦੇ ਹਾਂ, ਜਿਵੇਂ ਕਿ ਹੁਣ ਤੁਸੀਂ ਤੇ ਮੈਂ ਗੱਲਾਂ ਕਰ ਰਹੇ ਹਾਂ, ਆਪਾਂ ਕੋਈ ਤੀਜਾ ਬੰਦਾ ਸਾਨੂੰ ਸੁਣ ਰਿਹਾ, ਦੇ ਆਰ ਗੋਇੰਗ ਟੂ ਸਮਰਾਈਜ਼ ਨੂੰ ਕਿ ਇਹਨਾਂ ਨੇ ਇਹ ਗੱਲ ਕੀਤੀ, ਇਦਾਂ ਦੇ ਕੁਐਸਚਨਸ ਨੇ ਪੀਟੀ ਦੇ ਵਿੱਚ। ਪੀਟੀ ਆਪਣੇ ਡੇ ਟੂ ਡੇ ਬੇਸਿਸ ਤੇ, ਹੁਣ ਜਿਵੇਂ ਆਪਾਂ ਨਿਊਜ਼ਪੇਪਰ ਪੜ੍ਹਨੀ ਆ, ਆਪਾਂ ਰੀਡ ਅਲਾਉਡ ਕਰਦੇ ਆ ਨਾ ਉਹਨੂੰ, ਆਪਾਂ ਜਿਵੇਂ ਤੁਹਾਡੀ ਕੋਈ ਗੱਲ ਸੁਣ ਕੇ ਤੁਸੀਂ ਮੈਨੂੰ ਦੱਸਣੀ ਆ, ਆਪਾਂ ਰਿਪੀਟ ਸੈਂਟੈਂਸ ਕਰਦੇ ਆ, ਇਹ ਚੀਜ਼ਾਂ ਡੇ ਟੂ ਡੇ ਬੇਸਿਸ ਤੇ ਵੀ ਆਰ ਹੈਬਿਚੁਅਲ ਟੂ ਇਟ। ਸੋ ਇਹ ਸਾਰਾ ਕੰਪਿਊਟਰਾਈਜ਼ਡ ਹੈ ਕੰਪਿਊਟਰਾਈਜ਼ਡ ਹੈ, ਬਟ ਤੁਸੀਂ ਡੇ ਟੂ ਡੇ ਬੇਸਿਸ ਦੇ ਲੈਵਲ ਹੈ। ਪੀਟੀ ਟੈਸਟ ਨਾ ਇੱਕ ਇਦਾਂ ਦਾ ਟੈਸਟ ਹੈ ਜੋ ਕਿ ਇਮੀਗ੍ਰੇਸ਼ਨ ਲਈ ਤਾਂ ਇਸੇ ਲਈ ਯੂਜ਼ ਹੋ ਰਿਹਾ ਨਾ, ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਸਮਝ ਲੱਗੇ ਕਿ ਜਿਹਨਾਂ ਨੇ ਕੱਲ ਨੂੰ ਬਾਹਰ ਜਾਣਾ ਹੈ, they are going to interact, yes, they are going to have their communication, and even PT does have emails in PT core, we have emails and we are going to write emails that as well, and also emails are written on daily basis। again IELTS ਦੇ ਵਿੱਚ even though we have letters but we don't in general ਆਪਾਂ ਅੱਜਕੱਲ letters ਕੌਣ ਲਿਖਦਾ, emails ਹੀ ਲਿਖਦੇ ਨੇ, so PT I would say is a better choice than IELTS now। ਸੋ ਕੰਟਰੀ ਪ੍ਰੈਫਰ ਕਰਦੀ ਹੈ ਪੀਟੀ ਨੂੰ ਆਇਲਸ ਨੂੰ ਛੱਡ ਕੇ? ਬਿਲਕੁਲ ਮੈਮ, ਅੱਜਕੱਲ ਸਾਰੀਆਂ ਯੂਰੋਪੀਅਨ ਕੰਟਰੀਜ਼, ਇਵਨ ਆਸਟ੍ਰੇਲੀਅਨ ਸਟੱਡੀ ਵੀਜ਼ਾ लिए and we could have for our permanent residency PT यूज हो रही है डेफिनेटली हर जगह। ਓਕੇ, ਤੇ ਇਹਦੇ ਸਕੋਰਿੰਗ ਦਾ ਮੈਮ ਕੀ ਫਾਰਮੈਟ ਹੈ? ਸਕੋਰਿੰਗ ਕਿਸ ਹਿਸਾਬ ਨਾਲ ਹੁੰਦੀ ਹੈ? ਆਇਲਸ ਵਾਂਗ ਹੀ ਹੁੰਦੀ ਹੈ? ਬਿਲਕੁਲ, ਪੀਟੀ ਦੀ ਸਕੋਰਿੰਗ ਆਲਦੋ ਆਇਲਸ ਵਾਂਗੂ ਹੈਗੀ ਹੈ, ਬਟ ਇਹਨਾਂ ਦਾ ਕ੍ਰਾਈਟੇਰੀਆ ਥੋੜਾ ਜਿਹਾ ਡਿਫਰੈਂਟ ਹੈ। ਜਿਵੇਂ ਆਇਲਸ ਦੇ ਵਿੱਚ ਵੀ ਹੈਵ ਬੈਂਡਸ, ਪੀਟੀ ਦੇ ਵਿੱਚ ਵੀ ਹੈਵ scores। basically the scores are out of 90 and each level, ਤੁਸੀਂ ਸਾਡੇ recent results ਦੇਖੇ ਹੋਣਗੇ ਮੈਮ ਸ਼ਾਇਦ, results basically 90 each ਤੱਕ ਆ ਰਹੇ ਨੇ, ਕਿਉਂਕਿ ਆਪਾਂ ਬੱਚਿਆਂ ਨੂੰ ਇਹ ਨਹੀਂ ਸਿਖਾਉਂਦੇ ਕਿ ਬੱਚੇ ਪੇਪਰ ਕਿਵੇਂ ਕਲੀਅਰ ਕਰਨ, ਉਹਨਾਂ ਨੂੰ ਕਨਸੈਪਟਸ ਕਲੀਅਰ ਕਰਵਾਉਂਦੇ ਆ। ਇੱਕ ਬਹੁਤ ਵਹਿਮ ਹੈਗਾ ਬੱਚਿਆਂ ਦੇ ਵਿੱਚ ਕਿ ਟੈਂਪਲੇਟਸ ਯੂਜ਼ ਕਰਨ ਨਾਲ ਨੰਬਰ ਆ ਜਾਣਗੇ। I would make it clear, templates are not illogical answers, templates are structure। ਜੇ ਆਪਾਂ structure ਦਵਾਂਗੇ ਬੱਚਿਆਂ ਦੇ ਡੈਫੀਨਿਟਿਵਲੀ ਨੰਬਰ ਆਣਗੇ ਰਾਈਟ? ਬਿਲਕੁਲ। ਸੋ ਮੈਮ ਨੈਕਸਟ ਕੁਐਸਚਨ ਕਿ ਸਪੀਕਿੰਗ ਟਫ ਕਿਉਂ ਲੱਗਦੀ ਹੈ ਪੀਟੀ ਵਿੱਚ? ਆਪਾਂ ਜੇ ਇਹ ਗੱਲ ਨੂੰ ਆਨਸਰ ਕਰੀਏ ਤਾਂ ਮੈਂ ਇੱਕ ਪੰਜਾਬੀ ਵੇ ਨਾਲ ਕਵਾਂਗੀ, ਪੰਜਾਬ ਦੇ ਬੱਚੇ ਪੰਜਾਬੀ ਬੋਲਣ 'ਚ ਬੜੇ ਕੌਨਫੀਡੈਂਟ ਨੇ, ਕਤਰਾਉਂਦੇ ਵੀ ਆ ਬਿਲਕੁਲ। ਅੱਜ ਜਦੋਂ ਇੰਗਲਿਸ਼ 'ਚ ਬੋਲਣਾ ਹੈ, ਈਵਨ ਦੋ ਕੰਪਿਊਟਰ ਦੇ ਅੱਗੇ ਬੋਲਣਾ ਹੈ, ਬਟ ਪ੍ਰੋਬਲਮ ਕੀ ਹੈ, ਕੰਪਿਊਟਰ ਦਾ ਪੇਪਰ ਤੁਹਾਨੂੰ ਲੈਵਲ ਚੈੱਕ ਕਰੇਗਾ ਤੁਹਾਡੀ ਹੈਜ਼ਿਟੇਸ਼ਨ, ਔਰ ਪੀਟੀ ਦਾ ਟੈਸਟ ਦੇ ਵਿੱਚ ਨਾ ਕੁਝ ਏਦਾਂ ਦੇ ਕੁਐਸਚਨਸ ਨੇ ਜਿੱਦਾਂ ਇੰਟੀਗ੍ਰੇਟਡ ਨੇ, ਕੁਝ ਏਦਾਂ ਦੇ ਕੁਐਸਚਨਸ ਆ ਤੁਸੀਂ ਸੁਣ ਕੇ ਉਹਨਾਂ ਨੂੰ ਬੋਲਣਾ ਵਾ, ਤੇ ਜਦੋਂ ਤੁਸੀਂ ਸੁਣ ਕੇ ਉਸ ਚੀਜ਼ ਨੂੰ ਬੋਲੋਗੇ ਉਹ ਥੋੜੀ ਹੈਜ਼ਿਟੇਸ਼ਨ ਆਉਂਦੀ ਹੈ, ਭਾਵੇਂ ਉਹ ਆਇਲਸ ਵਿੱਚ ਆ ਜਾਵੇ ਭਾਵੇਂ ਪੀਟੀ 'ਚ ਆ ਜਾਵੇ। ਪੀਟੀ ਦੇ ਵਿੱਚ ਥੋੜਾ ਜ਼ਿਆਦਾ ਟੈਨਸ਼ਨ ਇਸ ਲਈ ਬੱਚਿਆਂ ਨੂੰ ਲੱਗਦੀ ਕਿਉਂਕਿ ਤੁਸੀਂ ਸੁਣ ਕੇ ਕੋਈ ਸਕਿੱਲ ਨੂੰ ਅਸੈਸ ਕਰਦੇ ਹੋ, ਤੇ ਇਹ ਹੈ ਕਿ ਆਪਾਂ ਡਰਦੇ ਹੋਏ ਬੋਲਦੇ ਆ ਤਾਂ ਫਲੂਐਂਸੀ ਖਰਾਬ ਹੁੰਦੀ ਹੈ, ਤਾਂ ਸਪੀਕਿੰਗ ਦਾ ਓਵਰਆਲ ਸਕੋਰ ਖਰਾਬ ਹੋ ਜਾਂਦਾ ਹੈ। ਕਿ ਸਟੂਡੈਂਟਸ ਬਹੁਤ ਬਚਦੇ ਆ ਸਪੀਕਿੰਗ ਤੋਂ। ਸੋ ਮੇਰਾ ਇਹ ਸੀਗਾ ਕੁਐਸਚਨ ਕਿ ਸਪੀਕਿੰਗ ਇਹ ਕੀ ਚੀਜ਼ ਹੈ ਸਪੀਕਿੰਗ, ਕਿ ਇੰਨਾ ਬੱਚੇ ਪੀਟੀ ਤੋਂ ਵੀ ਮਤਲਬ ਡਰਦੇ ਆ ਨਾ? ਮੈਮ ਪੀਟੀ ਭਾਵੇਂ ਆਇਲਸ ਉਵੇਂ ਭਾਵੇਂ ਸਲਪਿਪ ਹੋ ਜਾਏ ਭਾਵੇਂ ਡਿਓਲਿੰਗੋ ਹੋ ਜਾਏ, ਡੇਲੀ ਬੇਸਿਸ ਤੇ ਬੱਚਿਆਂ ਨੂੰ ਪ੍ਰੈਕਟਿਸ ਨਹੀਂ ਹੈਗੀ ਸਪੀਕਿੰਗ ਕਰਨ ਦੀ। ਪੰਜਾਬੀ ਜਾਂ ਕਿੱਦਾਂ ਦਾ ਏਰੀਆ ਹੋਵੇ, ਜਿੱਥੇ ਵੀ ਬੱਚੇ ਰਹਿੰਦੇ ਨੇ, ਆਪਾਂ ਆਪਣੀ ਨੇਟਿਵ ਲੈਂਗੁਏਜਸ ਵਿੱਚ ਬੋਲਦੇ ਹਾਂ। ਜਦੋਂ ਨੇਟਿਵ ਲੈਂਗੁਏਜ ਵਿੱਚ ਬੋਲਿਆ ਜਾਵੇ ਤਾਂ ਇੰਗਲਿਸ਼ ਇੱਕ ਆਲਰੇਡੀ ਹੈਜ਼ਿਟੇਸ਼ਨ ਆ ਜਾਂਦੀ ਹੈ। ਆਪਾਂ ਬੇਸਿਕਲੀ ਇਹਨੂੰ ਈਜ਼ੀ ਕੰਫਰਟ ਕਰਨ ਲਈ ਆਪਾਂ ਇਹ ਚੀਜ਼ਾਂ ਕੋਸ਼ਿਸ਼ ਕਰਦੇ ਹਾਂ ਕਿ ਡੇ ਟੂ ਡੇ ਬੇਸਿਸ ਤੇ ਇੰਟਰੈਕਟ ਕਰੀਏ ਇਨ ਇੰਗਲਿਸ਼ ਇਨ ਦ ਕਲਾਸ ਐਜ਼ ਵੈਲ, ਐਂਡ ਵੀ ਈਵਨ ਸੈਂਡ ਮੈਸੇजेस even if the student has any doubt to send and text, they send me messages in the form of the question types only, so that is a clear। plus class ਦੇ ਵਿੱਚ we have to have strategies, group discussions in English, what would you do, that would help
ਕਿ ਉਹਨਾਂ ਨੂੰ ਇੰਗਲਿਸ਼ ਪ੍ਰੋਫੀਸ਼ੀਐਂਸੀ ਆਵੇ, ਹੈਜ਼ਿਟੇਸ਼ਨ ਘਟੇਗੀ, ਦੈਨ ਓਨਲੀ ਦੇ ਵਿਲ ਬੀ ਏਬਲ ਟੂ ਸਪੀਕ ਨਾ, ਪਲੱਸ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਦੈਟਸ ਸੋ ਰੈਗੂਲਰ ਬੇਸਿਸ ਤੇ ਵੀ ਤੁਸੀਂ ਇੰਗਲਿਸ਼ 'ਚ ਗੱਲ ਕਰਦੇ ਹੋਣੇ, ਕਮਿਊਨੀਕੇਸ਼ਨ ਸਾਰੇ ਸਟੂਡੈਂਟਸ ਨਾਲ ਇੰਗਲਿਸ਼ 'ਚ ਹੀ ਹੁੰਦੀ ਹੋਣੀ ਹੈ। ਬਿਲਕੁਲ ਮੈਮ, ਬਟ ਇਹ ਹੈ ਕਿ ਅਸੀਂ ਕੰਪਲੀਟਲੀ ਬੋਲਾਂਗੇ, ਬੱਚੇ ਵੀ ਥੋੜਾ ਹੈਜ਼ਿਟੇਟ ਕਰਨਗੇ, ਤੇ ਆਪਾਂ ਇੰਗਲਿਸ਼ ਪਲੱਸ ਪੰਜਾਬੀ ਬਾਇਲਿੰਗੁਅਲ ਚੱਲਦੇ ਆ, ਈਵਨ ਮਲਟੀਲਿੰਗੁਅਲ ਵੀ ਕਹਿ ਸਕਦੇ ਆ, ਜਿਹੜੇ ਬੱਚਿਆਂ ਨੂੰ ਹਿੰਦੀ ਬੋਲਣੀ ਹੈ, ਵੀ ਫੋਕਸ ਔਨ ਦੈਟ ਓਨਲੀ। ਸੋ ਮੈਮ ਨੈਕਸਟ ਸਟੂਡੈਂਟ ਲਿਖਣ 'ਚ ਵੀ ਬਹੁਤ ਡਰਦੇ ਆ, ਰਾਈਟਿੰਗ 'ਚ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ, ਰਾਈਟਿੰਗ ਮੋਡਿਊਲ ਬਾਰੇ ਦੱਸੋ ਕਿ ਕੀ ਐਗਜ਼ੈਕਟ। ਰਾਈਟਿੰਗ ਦੇ ਵਿੱਚ ਬੇਸਿਕਲੀ ਸਾਡੇ ਕੋਲ ਸਮਰਾਈਜ਼ਡ ਰਿਟਨ ਟੈਕਸਟ ਹੈਗਾ। ਸਮਰਾਈਜ਼ਡ ਰਿਟਨ ਟੈਕਸਟ ਦਾ ਬੇਸਿਕਲੀ ਮਤਲਬ ਕੀ ਹੋਇਆ, ਵੀ ਹੈਵ ਅ ਪੈਸੇਜ, ਤੁਸੀਂ ਉਹਨਾਂ ਨੂੰ ਬਰੀਫ ਇਨ ਕਰਨਾ। ਹੁਣ ਬਰੀਫ ਇਨ ਕਰਨ ਲਈ ਆਪਾਂ ਲੌਜਿਕਸ ਯੂਜ਼ ਕਰਦੇ ਹਾਂ, ਪਾਰਟਿਕੂਲਰ ਲੌਜਿਕਸ ਹੁੰਦੇ ਨੇ, ਐਂਡ ਉਹਦੇ ਅਕੋਰਡਿੰਗਲੀ ਮੇਨ ਮੀਨਿੰਗ ਪਿਕ ਕਰਨਾ। ਦੈਨ ਵੀ ਹੈਵ ਐਸੇਜ਼। Essays basically like we have to tell the question and answer it basically about the topic ਕਿ advantages ਕੀ ਨੇ, disadvantages ਕੀ ਨੇ। ਹੁਣ ਜੇ ਅਸੀਂ essay ਤੇ ਆ ਜਾਈਏ, essay ਦੇ ਵਿੱਚ we have particular word count ਜੋ majorly ਬੱਚੇ focus ਨਹੀਂ ਕਰਦੇ। then the time management, it is a key। essay we have to write it in 20 minutes। ਹੁਣ ਸਟੂਡੈਂਟਸ ਕੀ ਫੋਕਸ ਕਰਦੇ ਨੇ ਕਿ ਮੈਂ 20 ਮਿੰਟਸ ਦੇ 20 ਮਿੰਟਸ ਦੇ ਪੂਰੇ ਲਗਾਵਾਂ ਐਸੇ ਲਿਖਣ ਨੂੰ, ਬਟ ਦੈਟ ਇਜ਼ ਰੋਂਗ। ਵੀ ਸ਼ੁਡ ਹੈਵ ਅ ਪ੍ਰੋਪਰ ਮੈਨੇਜਿੰਗ ਟਾਈਮ। ਦੈਟ ਸ਼ੁਡ ਬੀ ਲਾਈਕ ਇੰਨਾ ਟਾਈਮ ਅਸੀਂ ਪਲਾਨ ਕਰਨ ਨੂੰ ਲਗਾਉਣਾ ਹੈ, ਇੰਨਾ ਟਾਈਮ ਅਸੀਂ ਲਿਖਣ ਨੂੰ ਲਗਾਉਣਾ ਹੈ, ਐਂਡ ਇੰਨਾ ਟਾਈਮ ਅਸੀਂ ਕਰੈਕਸ਼ਨ ਨੂੰ ਲਗਾਉਣਾ ਹੈ, ਐਂਡ ਲਾਸਟ ਬਟ ਨਾਟ ਦ ਲੀਸਟ ਇਫ ਵੀ ਹੈਵ ਮੋਰ ਵੋਕੈਬਲਰੀਜ਼ ਆਪਾਂ ਐਡ ਕਰੀਏ। ਸੋ ਦੇयर ਸ਼ੁਡ ਬੀ ਅ ਪ੍ਰੋਪਰ ਸਟ੍ਰੈਟਜੀ। ਵੈਨ ਯੂ ਕਮ ਟੂ ਮੀ, ਬੇਸਿਕਲੀ ਪਹਿਲਾਂ ਮੈਂ ਤੁਹਾਨੂੰ ਐਸੇਜ਼ ਦੱਸੂੰਗੀ ਕਿ ਕੀ ਐਸੇਜ਼ ਨੇ, ਕੀ ਤੁਸੀਂ ਲਿਖਣਾ ਹੈ, ਐਂਡ ਦੈਨ ਤੁਸੀਂ ਉਹਨੂੰ ਕਿੱਦਾਂ ਫਰੇਮ ਕਰਨਾ ਹੈ। ਵੰਸ ਯੂ ਹੈਵ ਫਰੇਮਡ, ਈਵਨ ਦੋ ਪੀਟੀ ਦੇ ਪੇਪਰ ਦੇ ਵਿੱਚ ਆਪਾਂ ਐਸੇਜ਼ ਲਿਖਣੇ ਟਾਈਪਿੰਗ, ਆਈ ਮੇਕ them ਰਾਈਟ ਬਾਈ ਹੈਂਡ ਸੋ ਦੈਟ ਪਹਿਲੇ ਉਹਨਾਂ ਨੂੰ ਸਟਰਕਚਰ ਸਮਝ ਲੱਗੇ। ਵੰਸ ਯੂ ਗੈਟ ਦ ਸਟਰਕਚਰ, ਯੂ ਹੈਵ ਟੂ start managing your time, work on your weaker areas। writing ਦੇ ਵਿੱਚ we do have 4 to 5 major points that we have to cover, ਜਿੱਦਾਂ ਕਿ ਤੁਹਾਡਾ ਕੰਟੈਂਟ ਹੋ ਗਿਆ, ਤੁਹਾਡੇ ਗ੍ਰਾਮਰ ਹੋ ਗਈ, word count ਹੋ ਗਿਆ, we even have spellings। ਫਿਰ ਸਭ ਕੁਝ ਕਵਰ ਕਰਾਂਗੇ। ਬਿਲਕੁਲ, ਕਵਰ ਦੇ ਨਾਲ ਨਾਲ ਆਪਾਂ ਪ੍ਰੋਫੀਸ਼ੀਐਂਟ ਬਣਾਉਣਾ ਬੱਚਿਆਂ ਨੂੰ। ਪੀਟੀ ਫਲॉलेसनेस ਤੇ ਫੋਕਸ ਕਰਦੀ ਹੈ ਕਿ ਗੁੱਡ ਐਂਡ ਐਕਸੈਪਸ਼ਨਲ, ਜੋ ਕਿ ਆਪਾਂ ਇਨਕਲਕੇਟ ਵੀ ਕਰਨਾ ਉਹਨਾਂ ਦੇ ਵਿੱਚ ਕਿ ਕੱਲ ਨੂੰ ਉਹਨਾਂ ਦੇ ਫਿਊਚਰ 'ਚ ਵੀ ਨੀਡਡ ਹੋਵੇ। ਪਲੱਸ ਸਮਰਾਈਜ਼ ਸਪੋਕਨ ਟੈਕਸਟ ਐਂਡ ਰਾਈਟ ਫਰਮ ਡਿਕਟੇਸ਼ਨ, ਅਗੇਨ ਸਪੈਲਿੰਗਸ ਐਂਡ ਗ੍ਰਾਮਰ। ਸੋ ਵੀ ਹੈਵ 4 to 5 ਕੀ ਫੋਕਸ ਵੀ ਹੈਵ ਟੂ ਕੀਪ ਇਨ ਮਾਈਂਡ। ਸੋ ਮੈਮ ਮੇਰਾ ਇੱਕ ਹੋਰ ਕੁਐਸਚਨ ਸੀ ਕਿ ਜਿਵੇਂ ਆਇਲਸ 4 ਆਵਰਸ ਦੀ ਹੁੰਦੀ ਹੈ, ਇਹ 2 ਆਵਰਸ ਦੀ, ਫਿਰ ਬੱਚਿਆਂ ਨੂੰ ਦਿੱਕਤ ਨਹੀਂ ਆਉਂਦੀ ਟਾਈਮ ਮੈਨੇਜ ਵਿੱਚ? ਬਿਲਕੁਲ ਨਹੀਂ ਮੈਮ, ਆਈ ਵੁੱਡ ਸੇ ਤਾਂ ਹੀ ਤਾਂ ਪੀਟੀ ਈਜ਼ੀਅਰ ਵਰਜ਼ਨ ਹੈ ਕਿ ਬੱਚਿਆਂ ਨੂੰ ਇਹ ਹੈ ਕਿ ਵਨ ਸਿਟਿੰਗ ਦੇ ਵਿੱਚ ਦੇ ਵਿਲ ਗਿਵ ਦੀ ਐਗਜ਼ਾਮ। ਵਾਈਲ ਆਇਲਸ ਵੀ ਹੈਵ, though it is a good test as well, but we have it is in 4 hours, plus it is in 2 sitting। we have to give your listening, reading and writing at one go and speaking at another। ਇਹਦੇ ਵਿੱਚ PT ਦੇ ਵਿੱਚ we have speaking at the first, and then we have the next module that is writing, then we have the next module that is reading, and then we have ਕਿੰਨੇ ਟਾਈਮਿੰਗ ਦਾ ਹੁੰਦਾ ਹੈ ਇਹ? ਟੋਟਲ 1 hour and 35 minutes ਦਾ ਟੈਸਟ ਹੁੰਦਾ, which is approximately 2 hours and 15 minutes। ਸੋ ਹਰ ਮੋਡਿਊਲ ਕਿੱਦਾਂ ਕਿਹੜੇ ਟਾਈਮਿੰਗ ਵਿੱਚ ਕਵਰ ਹੁੰਦਾ? ਬੇਸਿਕਲੀ the speaking test ਜਿਹੜਾ ਹੈ ਕੰਟਰੀਬਿਊਟ ਕਰਦਾ ਹੈ ਤੁਹਾਡੇ 40 to 45 minutes। writing ਦੇ ਵਿੱਚ you are going to have 40 minutes again। listening ਦੇ ਵਿੱਚ, sorry I would correct, there is reading first। reading ਦੇ ਵਿੱਚ there is 27 to 32 minutes that is given by the Pearson body itself ਕਿ 23 to 27 to 32 ਦੇ minutes ਦੇ ਵਿੱਚ ਹੀ ਹੈ। ਹੁਣ ਐਵਰੇਜ ਆਪਾਂ ਬੱਚਿਆਂ ਨੂੰ ਟਾਈਮ ਮੈਨੇਜਮੈਂਟ ਸਿਖਾਣੀ ਹੈ ਕਿ ਕਿਹੜੇ ਕੁਐਸਚਨ ਨੂੰ ਕਿੰਨਾ ਵੈਲਿਊਏਬਲੀ ਟਾਈਮ ਲਗਾਉਣਾ। ਸੇਮ ਇਜ਼ ਦ ਕੇਸ ਵਿਦ ਲਿਸਨਿੰਗ। ਐਂਡ ਦ ਮੇਜਰ ਪ੍ਰੋਬਲਮ ਤੁਸੀਂ ਮੰਨੋਗੇ ਨਹੀਂ ਮੈਮ ਕਿ ਹੁੰਦਾ ਬੱਚੇ ਕਈ ਵਾਰੀ ਕੁਐਸਚਨਸ ਹੀ ਛੱਡ ਆਉਂਦੇ ਨੇ। ਦ ਮੋਸਟ ਇੰਪੋਰਟੈਂਟ ਕੁਐਸਚਨ ਪੀਟੀ ਨੇ ਬੜੇ ਪ੍ਰੋਪਰਲੀ ਡਿਜ਼ਾਈਨ ਕੀਤਾ ਹੋਇਆ ਲਾਸਟ ਦੇ ਵਿੱਚ ਹੈ, ਰਾਈਟ ਫਰਮ ਡਿਕਟੇਸ਼ਨ। ਐਂਡ ਕਈ ਵਾਰ ਮੈਂ ਬੱਚੇ ਇਦਾਂ ਦੇ ਦੇਖੇ ਡੈਮੋਸ ਦੇਣ ਆਉਂਦੇ ਨੇ, ਕਹਿੰਦੇ ਨੇ ਮੈਮ ਅਸੀਂ ਤਾਂ ਲਾਸਟ ਕੁਐਸਚਨ ਹੀ ਛੱਡ ਆਏ ਸੀ, ਤੁਹਾਨੂੰ ਪਤਾ ਹੈ, ਐਂਡ ਜੋ ਕਿ ਇੰਨਾ ਇੰਪੋਰਟੈਂਟ ਕੁਐਸਚਨ ਹੈ, ਐਂਡ ਡਾਇਰੈਕਟ ਤੁਹਾਡੇ 20 to 30 ਸਕੋਰਸ ਸਿੱਧਾ ਹੀ ਡ੍ਰੌਪ ਹੋ ਜਾਂਦੇ ਜਦੋਂ ਤੁਸੀਂ ਲਾਸਟ ਕੁਐਸਚਨ। तो टाइम मैनेजमेंट ਦਾ ਕੀ ਰੀਜ਼ਨ ਹੈ ਸਟੂਡੈਂਟਸ ਦਾ? ਮੈਮ ਸਕਿਪ ਹੁੰਦਾ ਬੇਸਿਕਲੀ ਬੱਚੇ ਟਾਈਮ ਹੀ ਨਹੀਂ ਮੈਨੇਜ। ਟ੍ਰੇਨਰਸ ਜਦੋਂ ਆਪਾਂ ਪੜ੍ਹਾਉਂਦੇ ਉਹਨਾਂ ਨੂੰ ਸਭ ਤੋਂ ਪਹਿਲੀ ਸਕਿੱਲ ਹਮੇਸ਼ਾ ਜਦੋਂ ਆਪਾਂ ਕੋਈ ਵੀ ਟੈਸਟ ਕਰਾਉਂਦੇ ਉਹਨਾਂ ਨੂੰ ਸਿਖਾਉਣਾ ਚਾਹੀਦਾ ਬੱਚਿਆਂ ਨੂੰ ਕਿ ਬੇਸਿਕਲੀ ਕਿਵੇਂ ਉਹਨਾਂ ਨੂੰ ਫੋਕਸ ਕਰੀਏ ਕਿ ਕੁਆਲਿਟੀ ਤੇ ਵਰਕ। ਜਦੋਂ ਬੱਚੇ ਨੂੰ ਕੁਆਲਿਟੀ ਆ ਗਈ ਫਿਰ ਆ ਜਾਂਦੇ ਅਸੀਂ ਟਾਈਮ ਮੈਨੇਜਮੈਂਟ ਦੇ ਉੱਤੇ। ਹਰ ਇੱਕ ਬੇਸਿਕਲੀ ਟੈਸਟ ਨੂੰ ਪੜ੍ਹਾਉਣ ਦਾ ਨਾ देयर इज अ ਫਾਰਮੈਟ ਲੈਟਸ ਸੇ ਫॉर एग्जांपल ਕੀ ਬੇਸਿਕਲੀ ਬੱਚੇ ਦਾ ਪਹਿਲਾ ਪੁਆਇੰਟ ਕੀ ਹੁੰਦਾ ਕਿ ਮੈਮ ਟੈਸਟ ਕੀ ਹੈ। ਹੁਣ ਆਇਲਸ ਦੇ ਵਿੱਚ ਵੀ have some questions, PT ਦੇ ਵਿੱਚ there are automatically and clearly 66 questions they are going to have। ਹੁਣ ਪਹਿਲੇ ਬੱਚਿਆਂ ਨੂੰ ਟੈਸਟ ਸਮਝਾਓ, ਫਿਰ ਉਹਨਾਂ ਦੀ ਕੁਆਲਿਟੀ ਤੇ ਵਰਕ ਕਰੋ, ਫਿਰ ਟਾਈਮ
ਟਾਈਮ ਮੈਨੇਜਮੈਂਟ ਤੋਂ ਬਾਅਦ ਪ੍ਰੋਫੀਸ਼ੀਐਂਸੀ ਤੇ ਆ ਜਾਂਦਾ ਬੱਚੇ ਟਾਈਮ ਮੈਨੇਜਮੈਂਟ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਬਹੁਤ ਵੱਡਾ ਟਾਸਕ ਹੈ ਇਹ ਪੀਟੀ ਬਿਲਕੁਲ ਵਿੱਚ। ਬਿਲਕੁਲ ਮੈਮ ਬਿਲਕੁਲ। ਸੋ ਟਾਈਮਰ ਵਗੈਰਾ ਚੱਲਦਾ ਰਹਿੰਦਾ ਆਪਣੇ ਆਪ? ਬਿਲਕੁਲ ਇਹਨਾਂ ਦੇ ਵਿੱਚ ਪੀਟੀ ਦੇ ਵਿੱਚ ਵੀ ਹੈਵ ਅ ਡਾਇਰੈਕਟ ਟਾਈਮਰ that is on the top right corner। ਬੱਚੇ ਟਾਈਮਰ ਨੂੰ ਦੇਖ ਕੇ and that is very clear ਬੱਚਿਆਂ ਨੂੰ ਇਹ ਚੀਜ਼ ਸਿਖਾਈ ਜਾਂਦੀ ਹੈ। ਈਵਨ ਆਪਾਂ ਇੰਡੀਵਿਜੂਅਲ ਕੁਐਸਚਨਸ ਕਰਵਾਉਂਦੇ ਆ ਕਿ ਟਾਈਮਲੀ ਕਿਵੇਂ ਕਵਰ ਅਪ ਕਰਨਾ ਹੈ। there is specific chart we have provided to them ਕਿ this question ਨੂੰ we have to allocate this time, second question ਨੂੰ ਇੰਨਾ ਟਾਈਮ, ਜਿਹੜੇ ਇੰਪੋਰਟੈਂਟ ਕੁਐਸਚਨ ਉਹਨਾਂ ਨੂੰ ਸਪੈਸੀਫਿਕਲੀ ਮੇਜਰ ਟਾਈਮ। ਐਂਡ ਜਦੋਂ ਕੋਈ ਬੱਚਾ ਸਾਡੇ ਕੋਲ ਸਪੈਸੀਫਿਕਲੀ ਪਹਿਲੇ ਦਿਨ ਆਏਗਾ ਨਾ, ਉਹਨਾਂ ਨੂੰ ਮੈਂ ਇਹ ਨਹੀਂ ਕਹਿੰਦੀ ਕਿ ਬੱਚਾ ਇਹ ਕੁਐਸਚਨ ਕਰ ਲਓ। we have to focus ਕਿ ਪਹਿਲੇ ਜਿਹੜੇ ਇੰਪੋਰਟੈਂਟ ਕੁਐਸਚਨਸ ਆ ਉਹਨਾਂ ਨੂੰ ਕਰੋ, ਉਹਨਾਂ ਨੂੰ ਪਿਕ ਕਰੋ। ਬਿਲਕੁਲ, ਫਿਰ ਉਹਨਾਂ ਨੂੰ ਕੁਆਲਿਟੀ ਵਰਕ ਕਰੀਏ। ਸੋ ਸੀਕੁਐਂਸ ਵਾਈਜ਼ ਤੁਸੀਂ ਬਿਲਕੁਲ ਬਹੁਤ ਵਧੀਆ ਮੈਥਡ ਰੱਖਿਆ ਹੋਇਆ ਪੜਾਉਣ ਦਾ। ਬਿਲਕੁਲ there is always a sequence। ਜਦੋਂ ਬੱਚਾ ਕਹਿੰਦਾ ਨਾ ਮੈਮ ਆ ਤਾਂ ਈਜ਼ੀ ਕੁਐਸਚਨਸ ਨੇ, ਇਹ ਇੰਪੋਰਟੈਂਟ ਕੁਐਸਚਨਸ ਨੇ, ਤੁਸੀਂ ਇਹ ਚੀਜ਼ ਸਮਝੋ। ਬਿਲਕੁਲ। ਸੋ ਮੈਮ ਰੀਡਿੰਗ ਇੱਕ ਏਦਾਂ ਦਾ ਟਾਸਕ ਹੈ ਕਿ ਬੱਚੇ ਆਇਲਸ ਵਿੱਚ ਵੀ ਡਰਦੇ ਆ ਤੇ ਪੀਟੀ ਵਿੱਚ ਵੀ ਡਰਦੇ ਆ। ਸੋ ਪੀਟੀ ਵਿੱਚ ਡਰਨ ਦੇ ਚਾਂਸਸ ਹੈ? ਨਹੀਂ ਮੈਮ, ਪੀਟੀ ਦੇ ਵਿੱਚ ਡਰਨ ਦੇ ਚਾਂਸਸ ਨਹੀਂ, ਕਿਉਂਕਿ ਤੁਸੀਂ ਕੁਝ ਪੜ੍ਹਨਾ ਨਹੀਂ ਹੈ ਉਹਦੇ ਵਿੱਚ। ਬੇਸਿਕਲੀ ਆਪਣੇ ਲੌਜਿਕ ਲਗਾਣੇ ਨੇ, ਗ੍ਰਾਮਰ ਰੂਲਸ ਹੁੰਦੇ ਨੇ, ਜਿੱਦਾਂ ਆਪਾਂ ਛੋਟੇ ਹੁੰਦੇ ਤੋਂ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਇਜ਼, ਐਮ, ਆਰ, ਵਾਸ ਵਰਡ ਦੇ ਨਾਲ ਜਾਂ ਤਾਂ ਤੁਹਾਡੇ ਆਈਐਨਜੀ ਯੂਜ਼ ਹੋਣੇ ਜਾਂ ਤਾਂ ਵੀ ਆਰ ਗੋਇੰਗ ਟੂ ਯੂਜ਼ ਦ ਥਰਡ ਫਾਰਮ। ਬੇਸਿਕਲੀ ਜੋ ਆਪਾਂ ਛੋਟੇ ਹੁੰਦੇ ਬੱਚਿਆਂ ਨੂੰ ਗ੍ਰਾਮਰ ਰੂਲ ਸਿਖਾਉਂਦੇ ਸੀ, ਉਹਦੇ ਵੀ ਹੈਵ ਲਿਸਟ ਆਫ ਲੌਜਿਕ। ਪਲੱਸ ਆਪਾਂ ਡੇ ਟੂ ਡੇ ਬੇਸਿਸ ਦੇ ਵਿੱਚ ਕਈ ਕੰਟੈਕਸਚੁਅਲ ਬੇਸ ਸਾਡੇ ਨਾਲ ਰਿਲੇਟ ਕਰਦੇ ਨੇ, ਉਹਨੂੰ ਕੋਲੋਕੇਸ਼ਨਸ ਕਹੀਦਾ। ਕੋਲੋਕੇਸ਼ਨਸ ਵੀ ਆਪਾਂ ਯੂਜ਼ ਕਰਦੇ ਹਾਂ ਬੱਚਿਆਂ ਨੂੰ ਰੀਡਿੰਗ ਦੀ ਸਕਿੱਲ। ਕੋਲੋਕੇਸ਼ਨਸ ਕੀ ਹੁੰਦੀਆਂ ਨੇ ਮੈਮ? ਬੇਸਿਕਲੀ ਕੋਲੋਕੇਸ਼ਨਸ ਕੀ ਹੁੰਦੀਆਂ ਨੇ, ਜਿੱਦਾਂ ਕਿ ਆਪਾਂ ਕਹੀਏ ਕਿ ਟਰੈਵਲ ਕਿੱਥੇ ਆ, ਟਰੈਵਲ ਅਬਰੋਡ, ਟਰੈਵਲ ਟਾਈਮ ਹੁੰਦਾ, ਟਰੈਵਲ ਜਰਨੀ। ਹੋਰ ਜਿੱਦਾਂ ਆਪਾਂ ਕਹਿ ਦਈਏ ਐਡਰੈਸ ਕਿਹਨੂੰ ਕਰਨਾ, ਐਡਰੈਸ ਇਸ਼ੂ ਨੂੰ ਕਰੀਦਾ ਹੁੰਦਾ, ਠੀਕ ਹੈ। ਹੋਰ ਆ ਜਾਈਏ ਮੇਕ ਕੀ ਹੈ, ਮੇਕ ਅਪ ਹੁੰਦਾ, ਮੇਕ ਇਟ ਹੁੰਦਾ, ਜਿਵੇਂ ਸਿਟ ਡਾਊਨ ਹੁੰਦਾ, ਸਿਟ ਅਪ ਨਹੀਂ ਹੁੰਦਾ। ਇਹਨਾਂ ਨੂੰ ਕੋਲੋਕੇਸ਼ਨਸ ਕਹਿੰਦੇ ਨੇ। ਸਾਰੀਆਂ ਟਰਮਸ ਨੇ ਇਹਦੇ। ਬਿਲਕੁਲ। ਆਪਾਂ ਪੀਟੀ ਦੇ ਵਿੱਚ ਰੀਡਿੰਗ ਦੇ ਵਿੱਚ ਵੀ ਆਰ ਗੋਇੰਗ ਟੂ ਯੂਜ਼ 3 ਡਿਫਰੈਂਟ ਸਕਿੱਲ ਸੈਟ ਵਿਚ ਇਜ਼ ਬੇਸਿਕਲੀ ਤੁਹਾਡੀ ਅੰਡਰਸਟੈਂਡਿੰਗ, ਕੋਲੋਕੇਸ਼ਨਸ ਤੇ ਡੈਫੀਨਿਟਿਵਲੀ ਗ੍ਰਾਮਰ ਰੂਲ। ਐਂਡ ਅਟਮੋਸਟ ਲੈਵਲ ਬੇਸਿਕਲੀ ਕੀ ਹੈ, ਜਿੱਦਾਂ ਤੁਸੀਂ ਕਿਹਾ ਬੱਚੇ ਪੀਟੀ ਦੇ ਵਿੱਚ ਰੀਡਿੰਗ ਤੋਂ ਡਰਦੇ, ਖਾਲੀ ਪੀਟੀ ਵਿੱਚ ਨਹੀਂ ਮੈਮ, ਮੈਂ ਆਇਲਸ ਦੇ ਬੱਚਿਆਂ ਨੂੰ ਪੜਾਵਾਂ, ਸੈਲਪੇ ਪੜਾਵਾਂ, ਡਿਓਲਿੰਗੋ ਪੜਾਈਏ, ਪੀਟੀ ਪੜਾਈਏ, ਰੀਡਿੰਗ ਨਾ ਇੱਕ ਬੱਚਿਆਂ ਦੇ ਵਿੱਚ ਇਦਾਂ ਹੀ ਡਰ ਨਹੀਂ ਹੈ। ਬੇਸਿਕਲੀ ਬੱਚਿਆਂ ਨੂੰ ਬੋਰਿੰਗ ਲੱਗਦੀ ਹੈ, ਕਿਉਂਕਿ ਬੱਚੇ ਅੱਜ ਕੱਲ ਦੀ ਜਨਰੇਸ਼ਨ ਵਿੱਚ ਹੈ ਨਾ, ਕੋਈ ਕੰਮ ਹੈ ਪੜ੍ਹਨਾ ਨਹੀਂ ਪ੍ਰੈਫਰ ਕਰਦੇ। ਪਲੱਸ ਜੇ ਥੋੜੀ ਵੋਕੈਬਲਰੀਜ਼ ਆ ਜਾਵੇ ਤਾਂ ਉਹਨਾਂ ਨੂੰ ਮੈਮ ਆ ਤਾਂ ਕੀ ਲਿਖਿਆ ਹੀ ਨਹੀਂ, ਸਮਝ ਹੀ ਨਹੀਂ ਲੱਗਾ ਸਾਨੂੰ ਬਿਲਕੁਲ ਵੀ। ਤਾਂ ਬੇਸਿਕਲੀ ਆਪਾਂ ਬੱਚਿਆਂ ਦੀ ਵੋਕੈਬਲਰੀ ਵੀ ਇੰਕਰੀਜ਼ ਕਰਨੀ ਜ਼ਰੂਰੀ ਹੈ, ਕਿਉਂਕਿ ਡੇ ਟੂ ਡੇ ਲੈਂਗੁਏਜ ਵੋਕੈਬਲਰੀਜ਼ ਪੜਾਂਗੇ ਤਾਂ ਹੀ ਬੋਲਾਂਗੇ, ਤਾਂ ਹੀ ਅੰਡਰਸਟੈਂਡ ਕਰਾਂਗੇ ਉਹਨਾਂ ਨੂੰ। ਬਿਲਕੁਲ। ਸੋ ਮੈਮ ਲਿਸਨਿੰਗ ਵਿੱਚ ਵੀ ਸਟਰਗਲ ਹੁੰਦਾ ਬੱਚਿਆਂ ਦਾ? ਨਹੀਂ ਮੈਮ, ਲਿਸਨਿੰਗ ਇਜ਼ ਡੇ ਟੂ ਡੇ ਬੇਸਿਸ ਆਪਾਂ ਯੂਜ਼ ਕਰ ਰਹੇ ਹਾਂ। ਆਪਾਂ ਬੱਚੇ ਕੰਟੈਕਸਚੁਅਲ ਬੇਸ ਸੁਣ ਰਹੇ ਆ, ਟਾਕਿੰਗ ਕਰ ਰਹੇ ਆ। ਐਂਡ ਪੀਟੀ ਇੰਟੀਗ੍ਰੇਟਡ ਟੈਸਟ ਦਾ ਤਾਂ ਲਿਸਨਿੰਗ ਮੇਜਰਲੀ ਵੀ ਆਈ ਵੁੱਡ ਸੇ 45% ਆਫ ਦ ਸਕੋਰਸ ਇਜ਼ ਟੇਕਿੰਗ ਫਰੋਮ ਦ ਸਪੀਕਿੰਗ ਓਨਲੀ। ਤਾਂ ਲਿਸਨਿੰਗ ਦੇ ਵਿੱਚ ਇੰਨਾ ਜ਼ਿਆਦਾ ਡਰ ਦੀ ਜ਼ਰੂਰਤ ਵੀ ਨਹੀਂ ਹੈ। ਐਂਡ ਆਲਦੋ ਵੀ ਹੈਵ 8 ਕੁਐਸਚਨਸ, ਤਾਂ ਉਹਨਾਂ 'ਚੋਂ ਮੇਜਰਲੀ 4 ਕੁਐਸਚਨ ਜ਼ਿਆਦਾ ਕੰਟਰੀਬਿਊਟ ਕਰਦੇ ਨੇ ਤੇ ਉਹਨਾਂ ਦੀ ਸਕਿੱਲ ਸੈਟ ਇੰਪਰੂਵ ਕਰਨੀ ਜ਼ਰੂਰੀ ਹੈ। ਡੇਲੀ ਪੋਡਕਾਸਟ ਸੁਣਨ ਬੱਚੇ, ਜਿੱਦਾਂ ਆਪਾਂ ਗੱਲਾਂ ਕਰਦੇ ਪਏ ਹਾਂ, ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਕਨਵਰਸੇਸ਼ਨ ਸੁਣਨੀਆਂ ਚਾਹੀਦੀਆਂ ਨੇ। ਵੀ ਈਵਨ ਹੈਵ ਟੈਡ ਟਾਕਸ ਅੱਜ ਕੱਲ ਬੱਚੇ, ਐਂਡ ਈਵਨ ਨੈਟਫਲਿਕਸ ਪ੍ਰਾਈਮ ਵੀਡੀਓ ਦੇ ਵੀ ਹੈਵ ਦੀ, ਬਿਲਕੁਲ ਸਬਟਾਈਟਲਸ ਦੇ ਨਾਲ ਨਾਲ ਬੱਚੇ ਈਵਨ ਚੇਂਜ ਕਰ ਸਕਦੇ ਨੇ ਲੈਂਗੁਏਜ, ਬੈਟਰ ਉਹ ਕਰਨਗੇ ਉਹ। ਰਾਈਟ। ਜਦੋਂ ਬੱਚੇ ਇੰਗਲਿਸ਼ ਦੇ ਵਿੱਚ ਸੁਣਨਗੇ ਨਾ, ਹੈਬਿਚੁਅਲ ਹੋ ਜਾਂਦੇ ਨੇ, ਦੈਨ ਦੇ ਆਰ ਏਬਲ ਟੂ ਅੰਡਰਸਟੈਂਡ। ਪਲੱਸ ਕੀ ਸਕਿੱਲਸ ਕੀ ਨੇ, ਮਲਟੀਪਲ ਚੋਇਸ ਆਪਸ਼ਨਸ ਨੇ। ਪੀਟੀ ਥੋੜਾ ਬਹੁਤਾ ਟ੍ਰਿਕ ਕਰਦਾ ਬੱਚਿਆਂ ਨੂੰ ਕਿ ਮਲਟੀਪਲ ਚੋਇਸ ਆਪਸ਼ਨਸ ਦੇ ਵਿੱਚ ਦੇ ਆਰ ਗਿਵਿੰਗ ਆਪਸ਼ਨਸ। ਪਲੱਸ ਇੱਕ ਮੇਜਰ ਪੁਆਇੰਟ ਹੈ, ਬੱਚਿਆਂ ਨੂੰ ਕਈ ਵਾਰੀ ਕਲੀਅਰ ਹੀ ਨਹੀਂ ਹੁੰਦਾ ਕਿ ਪੀਟੀ ਦੇ ਵਿੱਚ there are 3 major questions ਜੋ ਕਿ ਨੈਗੇਟਿਵ ਮਾਰਕਿੰਗ ਦੇ ਉੱਤੇ ਹੈ। ਤਾਂ ਬੱਚਿਆਂ ਨੂੰ ਇਹ ਚੀਜ਼ ਬਹੁਤ ਇੰਪੋਰਟੈਂਟਲੀ ਫੋਕਸ ਕਰਨੀ ਚਾਹੀਦੀ ਹੈ ਕਿ ਜਿਹੜੇ ਨੈਗੇਟਿਵ ਮਾਰਕਿੰਗ ਕੁਐਸਚਨਸ ਨੇ ਉਹਨਾਂ ਨੂੰ ਉਹਦੇ ਅਕੋਰਡਿੰਗਲੀ ਅਟੈਂਪਟ ਕਰੋ that are correct and you are sure, or else ਤੁਸੀਂ ਨੰਬਰ ਕਟਵਾਓਗੇ। ਸੋ ਮੈਮ ਚੈਕਿੰਗ ਸਿਸਟਮ ਕੀ ਹੈ? ਇਹਦਾ ਕੰਪਿਊਟਰਾਈਜ਼ਡ ਹੀ ਹੈ ਸਾਰਾ? ਬਿਲਕੁਲ ਮੈਮ, ਪੀਟੀ ਅਗਸਤ 2025 ਤੋਂ ਬਾਅਦ ਥੋੜੇ ਜਿਹੇ ਮਾਈਨਰ ਚੇਂਜਸ ਆਏ ਨੇ ਜੋ ਬੱਚਿਆਂ ਦੇ ਮਨ 'ਚ ਬਹੁਤ ਵੱਡਾ ਡਰ ਹੈ। ਦੈਟ ਇਜ਼ ਹਿਊਮਨ ਇਵੈਲੂਏਸ਼ਨ, ਥੋੜੀ ਚੇਂਜਸ ਹੋਏ ਨੇ। ਹਿਊਮਨ ਇਵੈਲੂਏਸ਼ਨ ਅਗਰ ਆਪਾਂ ਕਹੀਏ ਤਾਂ ਬੇਸਿਕਲੀ ਟੋਟਲ ਟੈਸਟ ਦੀ 7% ਹੈ, ਐਂਡ ਉਹ ਵੀ ਡੈਫੀਨਿਟਿਵ ਨਹੀਂ ਹੈ, ਕਿਉਂਕਿ ਜਿੱਦਾਂ ਆਪਾਂ ਨੂੰ ਬੀਇੰਗ ਅ ਸਰਟੀਫਾਈਡ ਪੀਟੀ ਟੀਚਰ ਵੀ ਹੈਵ ਬੀਨ ਟ੍ਰੇਨਡ ਟੂ ਟੈਲ ਦ ਸਟੂਡੈਂਟਸ ਕਿ ਪੂਰੀ ਐਗਜ਼ਾਮੀਨਰ ਜਿਹੜਾ ਹੈਗਾ ਉਹ ਉਦੋਂ ਹੀ ਚੈੱਕ ਕਰੇਗਾ ਪ੍ਰੋਪਰਲੀ ਸਟੂਡੈਂਟ ਨੂੰ ਜਦੋਂ ਸਟੂਡੈਂਟ ਦਾ ਲੈਵਲ ਐਂਡ ਲੌਜਿਕ ਇਨਐਕੂਰੇਟ ਹੈ। ਬੇਸਿਕਲੀ ਮਤਲਬ ਸਟੂਡੈਂਟ ਇਨਐਕੂਰੇਟ ਆਂਸਰਸ ਬੋਲ ਰਹੇ ਨੇ ਜੋ ਕਿ ਕਨਸੈਪਟ ਦੇ ਰਿਲੇਟਡ ਨਹੀਂ ਹੈ, ਤਦ ਹਿਊਮਨ ਇਵੈਲੂਏਸ਼ਨ ਹੋਏਗੀ। ਵਰਨਾ ਇਟ ਇਜ਼ ਕੰਪਲੀਟਲੀ AI ਇਵੈਲੂਏਟਡ ਐਂਡ ਉਹ ਪ੍ਰੋਪਰ ਮਾਰਕਿੰਗ ਹੁੰਦੀ ਆ। ਐਂਡ ਦ ਬੈਨੀਫਿਟ ਇਜ਼ ਜਦ ਤੱਕ ਤੁਸੀਂ ਕਰੈਕਟ ਹੋ, ਹਿਊਮਨ ਇਵੈਲੂਏਟ ਕਰਕੇ ਵੀ ਨੰਬਰ ਨਹੀਂ ਕੱਟ ਸਕਦਾ।
basically. ਬਿਲਕੁਲ। ਸੋ ਰਿਜ਼ਲਟ ਦਾ ਕੀ ਹੈ ਮੈਮ? ਇਹਦਾ ਰਿਜ਼ਲਟ ਦਾ ਮੈਂ ਸੁਣਿਆ ਕਿ ਬਹੁਤ ਬੈਨੀਫਿਟ ਹੈ ਪੀਟੀ ਦੇ ਵਿੱਚ। ਬਿਲਕੁਲ ਮੈਮ, ਲੈਟਸ ਸੇ ਮੈਂ ਹੁਣੇ ਪੇਪਰ ਦੇ ਕੇ ਆਈ ਹਾਂ, ਸਮਟਾਈਮਸ ਤਾਂ ਇਹ ਵੀ ਹੁੰਦਾ ਬੱਚਾ ਘਰੇ ਨਹੀਂ ਪਹੁੰਚਦਾ, ਲੈਟਸ ਸੇ ਜੇ ਡਿਫਰੈਂਟ ਸਿਟੀ ਵਿੱਚ ਦੇ ਰਿਹਾ ਘਰੇ ਪਹੁੰਚਦਾ 2 to 3 ਆਵਰਸ ਦੇ ਵਿੱਚ ਰਿਜ਼ਲਟ ਆ ਜਾਏਗਾ। ਮੈਕਸਿਮਮ ਟਾਈਮ ਜਿਹੜਾ ਹੈਗਾ ਪੀਟੀ ਦਾ ਰਿਜ਼ਲਟ ਦਾ ਇਟਸ 4 to 5 days, ਮੋਸਟਲੀ ਦ ਸਿੰਗਲ ਡੇ ਓਨਲੀ 24 ਆਵਰਸ ਵਿੱਚ ਵੀ ਆ ਜਾਂਦਾ ਨਾ। ਬਿਲਕੁਲ ਮੈਮ, 24 ਮੈਂ ਕਹਿ ਰਹੀ ਹਾਂ 5 to 6 ਆਵਰਸ ਦੇ ਵਿੱਚ ਬੱਚਿਆਂ ਦਾ ਰਿਜ਼ਲਟ ਡਿਕਲੇਅਰਡ ਹੈ। ਸੇ ਇਫ ਯੂ ਆਰ ਪਲੈਨਿੰਗ ਫॉर द ਰੀਸੈਂਟ ਇਨਟੇਕ ਤੇ ਆਪਾਂ ਬੱਚਿਆਂ ਨੂੰ ਕਹਿੰਦੇ ਲੈਟਸ ਸੇ ਯੂ ਬੁੱਕ ਯੂਰ ਐਗਜ਼ਾਮ, ਯੂ ਆਰ ਪ੍ਰੀਪੇਅਰਡ, ਯੂ ਬੁੱਕ ਯੂਰ ਐਗਜ਼ਾਮ, ਯੂ ਗੋ ਟੂ ਗਿਵ ਦੀ ਐਗਜ਼ਾਮ। ਮੀਨਵਾਈਲ ਤੁਸੀਂ ਬੱਚੇ ਆਪਣਾ ਸੌਰਟ ਕਰ ਰਹੇ ਹੁੰਦੇ ਨੇ ਕਿ ਮੈਮ ਆਹ ਕੁਐਸਚਨ ਆਇਆ ਸੀਗਾ, ਡਿਸਕਸ ਕਰ ਰਹੇ ਹਾਂ, ਸ਼ਾਮ ਤੱਕ ਤਾਂ ਰਿਜ਼ਲਟ ਵੀ ਆ ਜਾਂਦਾ ਸੀ, ਗੱਲ ਕਰਦੇ ਕਰਦੇ ਬੱਚੇ ਰਿਜ਼ਲਟ ਵੀ ਆ ਗਿਆ ਫਾਈਨਲੀ। ਸੋ ਜਿਹੜੇ ਸਟੂਡੈਂਟ ਥੋੜੇ ਜਲਦੀ ਵਿੱਚ ਨੇ, ਜਿਨ੍ਹਾਂ ਨੇ ਜਲਦੀ ਬਾਹਰ ਜਾਣਾ, ਉਹਨਾਂ ਲਈ ਬਹੁਤ ਬੈਨੀਫਿਟ ਹੈ। ਬਿਲਕੁਲ, ਕਿਉਂਕਿ ਆਇਲਸ ਦੇ ਕੰਪੈਰੀਟਿਵਲੀ 7 days ਵੀ ਵੁੱਡ ਵੇਟ, ਉਹ ਇੱਕ ਕਿਉਰਿਓਸਿਟੀ ਵੀ ਹੁੰਦੀ ਕੀ ਆਊਗਾ ਕੀ ਆਊਗਾ, ਬੱਚਾ ਪੇਪਰ ਦੇ ਕੇ ਆਇਆ ਨਾਲ ਹੀ ਯੂ ਗੈਟ ਦ ਰਿਜ਼ਲਟ ਟੂ। ਸੋ ਮੈਮ ਪੀਟੀ ਐਗਜ਼ਾਮ ਦੀ ਫੀ ਕੀ ਰਹਿੰਦੀ ਹੈ ਤੇ ਇਹਦੀ ਵੈਲਿਡਿਟੀ ਬਾਰੇ ਦੱਸੋ ਥੋੜਾ। ਓਕੇ, ਪੀਟੀ ਬੇਸਿਕਲੀ ਵੈਲਿਡ ਹੈਗਾ 2 years ਲਈ ਐਂਡ 2 years ਦੇ ਵਿੱਚ ਜਦੋਂ ਵੀ ਬੱਚਾ ਜੇ ਪੇਪਰ ਦੇ ਰਿਹਾ ਐਂਡ ਦੇ ਆਰ ਅਪਲਾਈing ਫॉर देयर migration purpose, they can use this test and it is completely valid in all the countries. And ਜੇ ਆਪਾਂ ਫੀ ਦੀ ਗੱਲ ਕਰੀਏ, PT fees is basically 18,900 I would correct myself, and plus ਜੇ ਤੁਸੀਂ better choice migration ਤੋਂ ਕਰ ਰਹੇ ਹੋ, we are offering you a discount which is almost of 2,500 to 3,000 ਦੇ ਵਿੱਚ ਹੈ, which basically means another perk। ਬੱਚਾ ਪੇਪਰ ਦੇ ਰਿਹਾ, ਸਾਡੇ ਤੋਂ learning ਵੀ ਕਰ ਰਿਹਾ, ਸਿੱਖ ਵੀ ਰਿਹਾ, and ਉਹਨਾਂ ਨੂੰ discounts and coupons ਵੀ avail ਕਰ ਸਕਦੇ ਨੇ। ਸੋ ਮੈਮ ਮੇਰਾ ਇੱਕ ਹੋਰ ਕੁਐਸਚਨ ਸੀ ਕਿ PT ਕੋਰ ਵੀ ਅੱਜਕੱਲ ਨਿਊ ਐਗਜ਼ਾਮ ਹੈ ਨਾ? ਬਿਲਕੁਲ। ਉਹ ਕੀ ਡਿਫਰੈਂਸ ਹੈ PT ਤੇ PT ਕੋਰ ਦੇ ਵਿੱਚ? ਬੇਸਿਕਲੀ PT ਕੋਰ ਜਿਹੜਾ ਐਗਜ਼ਾਮ ਹੈ ਉਹ ਕੈਨੇਡਾ ਦੇ ਵਿੱਚ ਅਸੈਪਟੇਬਲ ਹੈ ਫॉर द PR ਐਂਡ ਦ ਵਰਕ ਪਰਪਸ, ਐਂਡ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਅਸੈਪਟੇਬਲ ਨਹੀਂ ਹੈ। ਇੱਕ ਟੈਸਟ ਡਿਜ਼ਾਈਨ ਹੀ ਸਿਰਫ ਕੈਨੇਡਾ ਲਈ ਹੋਇਆ ਐਂਡ ਇਹਦੇ ਵਿੱਚ ਕੀ ਡਿਫਰੈਂਸਸ ਹੈਗੇ ਨੇ ਜੋ ਕਿ ਰਾਈਟਿੰਗ ਦੇ ਵਿੱਚ ਹੈ। ਰਾਈਟਿੰਗ ਦੇ ਵਿੱਚ ਜਿਵੇਂ ਕਿ ਅਕੈਡਮਿਕ ਦੇ ਵਿੱਚ ਵੀ ਹੈਵ ਐਸੇਸ, ਕੋਰ ਦੇ ਵਿੱਚ ਵੀ ਆਰ ਗੋਇੰਗ ਟੂ ਹੈਵ ਈਮੇਲਸ, ਪਲੱਸ ਸਪੀਕਿੰਗ ਦਾ ਅਨਦਰ ਪਰਕ ਇਹਦੇ ਵਿੱਚ 5 questions ਨੇ only, ਜਦਕਿ academic ਦੇ ਵਿੱਚ we have 7 questions and even listening ਦੇ ਵਿੱਚ there are 2 questions less। so overall ਜੇ ਮੈਂ ਕਹਾਂ PT core again ਉਸ ਨਾਲੋਂ ਵੀ easy test ਹੈ, plus ਇਹਦੇ ਵਿੱਚ human evaluation ਦਾ no doubt 100% results ਸਾਡੇ ਹੈਗੇ ਨੇ, ਦੇਖ ਸਕਦੇ ਹੋ recently ਆਇਆ ਹੈ। ਓਕੇ, ਸੋ ਕਿਹੜੀ ਕੰਟਰੀਜ਼ ਮੈਮ ਅਸੈਪਟ ਕਰਦੀਆਂ PT ਨੂੰ? PT academic basically ਸਾਰੀ ਕੰਟਰੀਜ਼ ਵਿੱਚ ਅਸੈਪਟੇਬਲ ਹੈ। ਇਟ ਇਜ਼ ਰੀਸੈਂਟਲੀ ਇਵਨ ਮੈਂ ਟੈਸਟ ਚੈੱਕ ਕਰਦੀ ਪਈ ਸੀਗੀ PT ਦੇ ਜਿਹੜੇ ਅਪਡੇਟਸ ਆਏ ਨੇ, 125 ਕੰਟਰੀਜ਼ including ਆਸਟ੍ਰੇਲੀਆ, ਯੂਰੋਪੀਅਨ ਕੰਟਰੀਜ਼, ਸ਼ੈਂਗਨ ਕੰਟਰੀਜ਼, every country is accepting PT। ਸੋ ਮੈਮ ਜਿਵੇਂ ਕਿ ਤੁਸੀਂ ਪਹਿਲੇ ਦੱਸਿਆ PT ਦੀ ਪ੍ਰੈਪਰੇਸ਼ਨ ਬਾਰੇ, ਸੋ ਥੋੜਾ ਹੋਰ ਡਿਟੇਲ ਚ ਦੱਸੋ ਕਿ ਇਹਦੇ ਆਪਾਂ ਟਿਪਸ ਕੀ ਹੋਰ ਅਪਣਾ ਸਕਦੇ ਹਾਂ? ਓਕੇ, ਪਹਿਲੀ ਗੱਲ ਮੇਜਰਲੀ ਮੈਮ ਬੱਚਿਆਂ ਨੂੰ ਵੀਕਰ ਏਰੀਆਜ਼ ਤੇ ਫੋਕਸ ਕਰਨਾ ਚਾਹੀਦਾ। ਵੀਕਰ ਏਰੀਆਜ਼ ਜਿਵੇਂ ਕਿ ਗ੍ਰਾਮਰ, ਠੀਕ ਹੈ, ਫਿਰ ਆ ਜਾਂਦਾ ਤੁਹਾਡਾ ਕੰਟੈਂਟ, ਕਈ ਵਾਰੀ ਬੱਚੇ ਆਈਡੀਆਜ਼ ਨਹੀਂ ਫਰੇਮ ਕਰ ਪਾਉਂਦੇ। ਦੈਨ ਵੀ ਹੈਵ ਦ ਥਰਡ ਕੀ ਏਰੀਆ ਫਲੂਐਂਸੀ। ਫਲੂਐਂਸੀ ਦੇ ਨਾਲ ਅੱਜ ਕੱਲ ਦੇ ਬੱਚਿਆਂ ਨੂੰ ਸਪੈਲਿੰਗਸ has to be focused because ਇਹ key areas ਨੇ ਜਿੱਥੇ ਉਹਨਾਂ ਦੇ scores deduct ਹੁੰਦੇ ਨੇ, and alongside to work on these key areas we have specially designed courses and we have day to day basis ਤੇ we have special discussion time we have allocated that to work alongside। ਆਪਾਂ ਇਹ ਵੀ ਦੇਖਦੇ ਹਾਂ ਕਿ ਬੱਚਿਆਂ ਦੇ ਮੋਡਿਊਲਸ ਵੀ ਕਵਰ ਹੋਣ ਪਲੱਸ ਵੀਕਰ ਏਰੀਆਜ਼ ਵੀ, ਐਂਡ ਇਹਦੇ ਨਾਲ ਵੀ ਹੈਵ ਈਵਨ ਪੋਰਟਲਸ, ਸਪੈਸੀਫਿਕ ਪੋਰਟਲਸ ਜਿਹਦੇ ਵਿੱਚ ਆਪਾਂ ਕੀ ਏਰੀਆਜ਼ ਨੂੰ ਵਰਕ ਕਰਵਾਉਂਦੇ ਹਾਂ। ਸੋ ਸਟੂਡੈਂਟਸ ਇਹਦੇ ਵਿੱਚ ਗਲਤੀਆਂ ਕੀ ਕਰਦੇ ਨੇ? ਮੇਜਰਲੀ ਮੈਮ ਸਟੂਡੈਂਟਸ ਪਹਿਲਾਂ ਤਾਂ ਅਟਕਦੇ ਬਹੁਤ ਨੇ। ਜਦੋਂ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ ਸਾਡਾ ਕੌਨਫੀਡੈਂਸ ਰਿਪਰੈਜ਼ੈਂਟ ਹੋਏਗਾ ਬੋਲਣ ਦੇ ਤਰੀਕੇ ਤੋਂ। ਜਦੋਂ ਬੱਚਾ ਬੋਲਦੇ ਕਰਦਾ, ਇਹ ਚੀਜ਼ ਬਹੁਤ ਡਿਫਰੈਂਟ ਲੱਗਦੀ ਹੈ। ਪਲੱਸ ਕੰਪਿਊਟਰ ਨੇ ਚੈੱਕ ਕਰਨੇ, ਕੰਪਿਊਟਰ ਅਲਟੀਮੇਟਲੀ ਗਲਤੀਆਂ ਕੱਢੇਗਾ ਆਲਮੋਸਟ, ਹਾਂ ਪਿਕ ਕਰੇਗਾ ਉਹ ਚੀਜ਼। ਸੈਕਿੰਡ ਆ ਗਿਆ ਆਪਾਂ ਹਿਊਮਨ ਨੂੰ ਫੇਰ ਆਪਾਂ ਟਰੈਕ ਕਰ ਸਕਦੇ ਹਾਂ ਥੋੜਾ ਜਿਹਾ ਗ੍ਰਾਮੈਟੀਕਲ ਮਿਸਟੇਕਸ ਛੱਡ ਕੇ। ਕੰਪਿਊਟਰ ਹੈ ਬੇਸਿਕਲੀ ਤੁਹਾਡੀ ਸਿੰਗਲ ਮਿਸਟੇਕਸ ਤੇ ਮੇਜਰ ਫਲॉ ਹੁੰਦੇ ਨੇ। ਦੈਨ ਆ ਗਿਆ ਤੁਹਾਡੇ ਆਈਡੀਆਜ਼। ਬੱਚੇ ਕਈ ਵਾਰੀ ਇਹ ਨਹੀਂ ਸੋਚਦੇ ਕਿ ਜਦੋਂ ਅਸੀਂ ਆਈਡੀਆਜ਼ ਰਿਪਰੈਜ਼ੈਂਟ ਕਰ ਰਹੇ ਹਾਂ ਟੂ ਦ ਟੌਪਿਕ ਐਗਜ਼ੈਜਰੇਟ ਕਰਨਗੇ। ਕਈ ਵਾਰੀ ਈਵਨ ਤੱਕ ਕਿ ਬੱਚਿਆਂ ਨੇ ਇਹ ਵੀ ਦੇਖਿਆ ਮੈਂ, ਬੱਚੇ ਕਈ ਵਾਰੀ ਕਰਦੇ ਨੇ ਵਰਡ ਕਾਊਂਟ ਹੀ ਮਿਸ ਕਰ ਜਾਂਦੇ ਨੇ। ਐਂਡ ਪਲੱਸ ਦ ਮੇਜਰ ਕੀ ਫੈਕਟਰ ਐਗਜ਼ਾਮ ਫੋਬੀਆ। ਐਗਜ਼ਾਮ ਫੋਬੀਆ ਤਾਂ ਬੱਚਿਆਂ ਨੂੰ ਇੰਨਾ ਕੁ ਜ਼ਿਆਦਾ ਹੈਗਾ ਐਂਡ ਇਹ ਤੁਸੀਂ ਮੰਨੋਗੇ ਵੀ ਹੈਵ ਅ ਸਪੈਸ਼ਲ ਕੋਰਸ। what we do is before you book the exam we give you 10 days of time and ਇਹ 10 days ਦੇ ਵਿੱਚ ਤੁਹਾਨੂੰ exam criteria ਸਿਖਾਇਆ ਜਾਂਦਾ। last day moment I take a special class for half an hour for a student ਕਿ what things you have to keep in mind when you give the exam and even ਤੁਸੀਂ ਮੰਨੋਗੇ last day ਤੇ ਆਪਾਂ ਬੱਚਿਆਂ ਨੂੰ ਥੋੜਾ relax feel ਕਰਨ ਲਈ ਉਹਨਾਂ ਤੋਂ talking criteria ਕਰਵਾਉਣਾ ਕਿ okay ਇਹ ਪੇਪਰ 'ਚ ਏਦਾਂ ਹੋਊਗਾ। even we have
special video by PTE too ਕਿ ਆਪਾਂ ਉਹ ਬੱਚਿਆਂ ਨੂੰ ਦਿਖਾਈਏ ਕਿ this is the exam criteria, we have to focus as well. ਸੋ ਮੈਮ ਬੈਟਰ ਚੋਇਸ ਮਾਈਗ੍ਰੇਸ਼ਨ ਵਿੱਚ ਪੀਟੀ ਦੇ ਮੌਕ ਟੈਸਟ ਵੀ ਹੁੰਦੇ ਨੇ? ਬਿਲਕੁਲ ਮੈਮ, Saturday is the mock test day and if you have your exam the next week तो full week is concluded towards to mock except paper ਤੋਂ ਇੱਕ ਦਿਨ ਪਹਿਲਾਂ relaxing day ਚਾਹੀਦਾ ਬੱਚਿਆਂ ਨੂੰ। ਆਈ ਹੋਪ ਤੁਹਾਨੂੰ ਪੀਟੀ ਐਗਜ਼ਾਮ ਬਾਰੇ ਫੁੱਲ ਕਲੈਰਿਟੀ ਮਿਲ ਗਈ ਹੋਏਗੀ, ਬਟ ਮੈਮ ਮੇਰਾ ਇੱਕ ਲਾਸਟ ਮਿੰਟ ਕੁਐਸਚਨ ਹੈ ਕਿ ਪ੍ਰੋ ਟਿਪ ਕੀ ਹੈ ਪੀਟੀ ਦਾ? PT ਦਾ pro tip ਮੈਂ ਕਵਾਂਗੀ confidence is the key to PT. If you are confident you can excel and ace the PT exam definitely. ਨਾਈਸ। ਸੋ ਜੇ ਤੁਸੀਂ ਵੀ ਪੀਟੀ ਐਗਜ਼ਾਮ ਬਾਰੇ ਸੋਚ ਰਹੇ ਹੋ ਜਾਂ ਟੈਸਟ ਦੇਣ ਬਾਰੇ ਸੋਚ ਰਹੇ ਹੋ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਤੁਸੀਂ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲੈਣਾ ਹੈ। ਕਮੈਂਟ ਵਿੱਚ ਇੱਕ ਵਾਰ ਪੀਟੀ ਜ਼ਰੂਰ ਲਿਖਣਾ ਹੈ ਤੇ ਆਪਣੇ ਟਾਰਗੇਟ ਸਕੋਰ ਜ਼ਰੂਰ ਦੱਸਣੇ ਹੈ ਕਿ ਤੁਹਾਡੇ ਟਾਰਗੇਟ ਸਕੋਰ ਕੀ ਨੇ। ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰਿਓ ਸੋ ਦੈਟ ਨੈਕਸਟ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਹੋਰ ਇਨਫੋਰਮੇਟਿਵ ਟੌਪਿਕ ਲੈ ਆਈਏ। ਥੈਂਕ ਯੂ।